ਫਾਸਟਵੇ ਟੀਵੀ ਦੇਖਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਜਿਹੜੀਆਂ ਅੱਜ ਦੀਆਂ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ, ਪਹਿਲਾਂ ਉਹਦੀ ਗੱਲ ਕਰਦੇ ਆਂ ਪੰਜਾਬ ਪੁਲਿਸ ਨੂੰ ਲੈ ਕੇ ਕਿ ਜਿਹੜੀ ਪੰਜਾਬ ਪੁਲਿਸ ਆ ਉਹ ਬਹੁਤ ਹੀ ਵੱਡੀ ਦੇਸ਼ ਭਗਤ ਆ, ਕਿਉਂਕਿ ਜਿਹੜੀ ਦੇਸ਼ ਭਗਤੀ ਆ ਉਹਨਾਂ ਦੇ ਅੰਦਰ ਕੁੱਟ-ਕੁੱਟ ਕੇ ਭਰੀ ਪਈ ਆ। ਉਹ ਦੇਸ਼ ਭਗਤ ਇਦਾਂ ਦੇ ਦੇਸ਼ ਭਗਤ ਨੇ, ਪੋਲੀਟੀਕਲ ਲੀਡਰ ਜੋ ਵੀ ਉਹਨਾਂ ਨੂੰ ਕਹਿਣ ਉਹ ਉਹਨਾਂ ਦਾ ਕਹਿਣਾ ਨਹੀਂ ਮੋੜਦੇ। ਦੇਸ਼ ਨੂੰ ਸੂਲੀ ਤੇ ਟੰਗ ਦੇਣ, ਦੇਸ਼ ਦੇ ਲੋਕਾਂ ਨੂੰ ਮਾਰ ਦੇਣ, ਉਹਦੀ ਕੋਈ ਪਰਵਾਹ ਨਹੀਂ। ਪਰ ਪੋਲੀਟੀਕਲ ਲੀਡਰਾਂ ਦੀ ਬਹੁਤ ਪਰਵਾਹ ਇਸ ਕਰਕੇ ਆ ਕਿ ਜਿੰਨਾ ਵੀ ਚੜਾਵਾ ਚੜ੍ਹਦਾ, ਜਿੰਨਾ ਵੀ ਹਿੱਸੇਦਾਰੀ ਆਉਂਦੀ ਆ, ਉਹ ਪੋਲੀਟੀਕਲ ਸਿਸਟਮ ਦੇ ਕਹਿਣ ਤੇ ਹੀ ਆਉਂਦੀ ਆ ਨਾ। ਫਿਰ ਗੱਲ ਵੀ ਕਿੱਦਾਂ ਨਾ ਮੰਨਣ ਕਿ ਉਹਨਾਂ ਨੂੰ ਤਾਂ ਪੈਸਾ ਚਾਹੀਦਾ, ਦੇਸ਼ ਦੇ ਲੋਕਾਂ ਨੂੰ ਜਿੱਥੇ ਮਰਜ਼ੀ ਸੂਲੀ ਟੰਗਾ ਲਓ ਉਹਨਾਂ ਤੋਂ। ਇਦਾਂ ਦੀ ਖਬਰ ਸਾਹਮਣੇ ਆਈ ਆ। ਸਭ ਨੂੰ ਪਤਾ ਕਿ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਕੈਮਰੇ ਲੱਗੇ ਹੋਏ ਨੇ, ਜੋ ਕਿ ਬਹੁਤ ਹੀ ਵਧੀਆ ਕੈਮਰੇ ਨੇ, ਜੋ ਕਿ ਰਾਤ ਨੂੰ ਵੀ ਰਿਕਾਰਡਿੰਗ, ਦਿਨ ਦੀ ਰਿਕਾਰਡਿੰਗ, ਉਹ ਹਰ ਇੱਕ ਹਲਚਲ ਰਿਕਾਰਡ ਕਰਦੇ ਨੇ। ਇਹ ਅਸੀਂ ਨਹੀਂ ਕਹਿੰਦੇ, ਇਹ ਫੌਜ ਵਾਲੇ ਵੀ ਕਹਿੰਦੇ ਨੇ ਕਿ ਜੀ ਇੱਥੇ ਸਾਡੇ ਕੈਮਰੇ ਲਾਏ ਹੋਏ ਨੇ। BSF ਨੂੰ ਪਤਾ ਲੱਗ ਜਾਂਦਾ, ਫੌਜ ਨੂੰ ਪਤਾ ਲੱਗ ਜਾਂਦਾ ਕਿ ਪਾਕਿਸਤਾਨ ਵਾਲੇ ਪਾਸੇ ਕੀ ਹੋ ਰਿਹਾ। ਫਿਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ 5-5 ਕਿਲੋ 10-10 ਕਿਲੋ ਜੋ ਡਰੱਗ ਆਉਂਦੀ ਆ ਪਾਕਿਸਤਾਨ ਤੋਂ, ਪੁਲਿਸ ਵਾਲੇ ਬੋਲ ਦਿੰਦੇ ਨੇ ਕਿ ਜੀ ਉਧਰੋਂ ਡਰੱਗ ਆਈ, ਪਾਕਿਸਤਾਨ ਦੇ ਬੰਨਿਓ ਡਰੱਗ ਆਈ, ਆ ਕੇ ਪੰਜਾਬ ਵਾਲੇ ਪਾਸੇ ਧਰਤੀ ਉਹਨਾਂ ਨੇ ਥੱਲਿਓਂ ਪੱਟ ਕੇ ਉਹਦੇ ਵਿੱਚ 5 ਕਿਲੋ ਡਰੱਗ ਦੱਬ ਕੇ ਉਹ ਵਾਪਸ ਚਲੇ ਗਏ। ਬਈ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਜਿਹੜੇ ਪੁਲਿਸ ਵਾਲੇ ਜਾਂ ਫੌਜ ਵਾਲੇ ਜਿਨ੍ਹਾਂ ਦੀ ਵੀ ਡਿਊਟੀ ਆ ਬਾਰਡਰ ਤੇ, ਉਹ ਵਿਆਹ ਦੇਖਣ ਗਏ ਹੋਏ ਸੀ ਕਿ ਉੱਥੇ ਕੋਈ ਵੀ ਨਹੀਂ ਸੀ ਕਿ ਬੰਦਾ ਪਾਕਿਸਤਾਨ ਬੰਨਿਓ ਆਇਆ, ਆ ਕੇ ਉਹਨੇ 5 ਕਿਲੋ 10 ਕਿਲੋ ਡਰੱਗ ਦੱਬੀ ਤੇ ਦੱਬ ਕੇ ਉਹ ਵਾਪਸ ਚਲਿਆ ਗਿਆ। ਹੁਣ ਇਹ ਕੰਮ ਡਰੋਨ ਤਾਂ ਕਰ ਨਹੀਂ ਸਕਦਾ ਵੀ ਜੇ ਕਹਿਣ ਜੀ ਪਾਕਿਸਤਾਨ ਤੋਂ ਡਰੋਨ ਆਇਆ, ਉਹਨੇ ਆ ਕੇ ਡਰੱਗ ਰੱਖ ਕੇ ਵਾਪਸ ਚਲਾ ਗਿਆ। ਹਮੇਸ਼ਾ ਇਹ ਇਦਾਂ ਦੀ ਨਿਊਜ਼ ਵੀ ਸੁਣਾਉਂਦੇ ਹੁੰਦੇ ਨੇ, ਪਰ ਇਹ ਜਿਹੜੀ ਥੱਲੇ ਧਰਤੀ ਪੱਟਣ ਵਾਲੀ ਸਟੋਰੀ ਆ, ਇਹ ਪਾਕਿਸਤਾਨ ਬੰਨਿਓ ਕੋਈ ਆ ਕੇ ਡਰੋਨ ਨਹੀਂ ਪੱਟ ਸਕਦਾ, ਬੰਦਾ ਆ ਕੇ ਪੱਟ ਕੇ ਉਹ ਥੱਲੇ ਦੱਬ ਕੇ ਜਾਊਗਾ ਡਰੱਗ। ਫਿਰ ਉਸ ਵੇਲੇ ਫੌਜ ਕਿੱਥੇ ਹੁੰਦੀ ਆ? ਜਦੋਂ ਬਾਅਦ ਦੇ ਵਿੱਚ ਕਿਸੇ ਤੇ ਝੂਠੇ ਮੁਕੱਦਮੇ ਦਰਜ ਕਰਨੇ ਹੋਣ ਜਾਂ ਸਰਕਾਰ ਦੇ ਕਹਿਣ ਦੇ ਉੱਤੇ ਦਬਦਬਾ ਪਾਣਾ ਹੋਵੇ ਲੋਕਾਂ ਦੇ ਉੱਤੇ। ਜਿਹੜੀ ਅੱਜ ਪੁਲਿਸ ਵਾਲਿਆਂ ਨੇ ਸਟੋਰੀ ਸਾਹਮਣੇ ਲੈ ਕੇ ਆਂਦੀ ਆ, ਕਹਿੰਦੇ ਜੀ 3 ਮੁੰਡੇ ਨੇ ਇੱਕ ਘਰ ਦੇ ਨੌਜਵਾਨ, ਉਹ 3 ਮੁੰਡਿਆਂ ਦੇ ਵਿੱਚੋਂ 2 ਮੁੰਡੇ ਨੇ ਫੌਜ 'ਚ ਭਰਤੀ, ਪਰ ਉਹ ਫੌਜ ਦੇ ਵਿੱਚ ਭਰਤੀ ਨੇ, ਪਰ ਉਹਨਾਂ ਦੀ ਬਾਰਡਰ ਤੇ ਡਿਊਟੀ ਨਹੀਂ ਹੈਗੀ, ਪਰ ਉਹ ਫੌਜ 'ਚ ਭਰਤੀ ਨੇ। ਦੇਖੋ, ਫੌਜ ਦੇ ਵਿੱਚ ਭਰਤੀ ਨੇ, ਉਹਨਾਂ ਦੀ ਬਾਰਡਰ ਤੇ ਡਿਊਟੀ ਨਹੀਂ ਹੈਗੀ, ਡਿਊਟੀ ਉਹਨਾਂ ਦੀ ਫੌਜ ਦੇ ਵਿੱਚ ਆ। ਉਹ ਜਦੋਂ ਛੁੱਟੀ ਆਉਂਦੇ ਨੇ ਫਿਰ ਉਹ ਪਾਕਿਸਤਾਨ ਗੱਲ ਕਰਕੇ ਪਾਕਿਸਤਾਨ ਤੋਂ ਡਰੱਗ ਮੰਗਵਾਉਂਦੇ ਨੇ। ਕਿਸੇ ਦੇ ਗੱਲ ਇਹ ਦਿਲ ਲੱਗਦੀ ਆ ਕਿ ਬੰਦਾ ਜਿਹੜਾ ਫੌਜ 'ਚ ਡਿਊਟੀ ਕਰਦਾ ਹੋਵੇ ਉਹ ਆਵੇ, ਆ ਕੇ ਫਿਰ ਪਾਕਿਸਤਾਨ ਗੱਲ ਕਰਕੇ ਪਾਕਿਸਤਾਨ ਤੋਂ ਡਰੱਗ ਮੰਗਾਵੇ, ਫਿਰ ਪਾਕਿਸਤਾਨ ਤੋਂ ਡਰੱਗ ਮੰਗਵਾ ਕੇ ਪਹਿਲਾਂ ਉਹ ਬਾਰਡਰ ਦੇ ਉੱਤੇ ਧਰਤੀ ਪੱਟ ਕੇ ਦੱਬੇ, ਫਿਰ ਬਾਅਦ ਦੇ ਵਿੱਚ ਪੁਲਿਸ ਵਾਲੇ ਕਿਤੇ ਨਾਕਾ ਲਈ ਖੜੇ ਨੇ। ਦੇਖੋ, ਪੁਲਿਸ ਵਾਲੇ ਹਮੇਸ਼ਾ ਹੀ ਨਾਕਾ ਲਈ ਖੜੇ ਹੁੰਦੇ ਨੇ, ਵੱਡੀ ਤੋਂ ਵੱਡੀ ਇਹਨਾਂ ਨੂੰ ਕਾਮਯਾਬੀ ਮਿਲਦੀ ਆ ਨਾਕਾ ਲਾ ਕੇ। ਇਹਨਾਂ ਨੂੰ ਕੁੱਤਿਆਂ ਨੂੰ, ਪੁਲਿਸ ਵਾਲਿਆਂ ਨੂੰ ਕੋਈ ਇਹ ਪੁੱਛਣ ਵਾਲਾ ਹੋਵੇ, ਜਦੋਂ ਤੁਸੀਂ ਕਿਤੇ ਵੀ ਬਾਰਡਰ ਤੇ ਜਾਂ ਕਿਤੇ ਵੀ ਨਾਕਾ ਲਈ ਖੜੇ ਹੋ, ਉਹ ਗੰਦੀਏ ਲਾਦੇ, ਤੁਸੀਂ ਕੈਮਰਾ ਨਹੀਂ ਲਾ ਸਕਦੇ ਗੱਡੀ ਦੇ ਉੱਤੇ। ਗੱਡੀ ਉੱਤੇ ਕੈਮਰਾ ਲਾਓ, ਜਦੋਂ ਕੋਈ ਆਉਂਦਾ ਤੁਸੀਂ ਕਹਿੰਦੇ ਹੋ ਕਿ ਉਹ ਬੰਦਾ ਡਰੱਗ ਲਈ ਆਉਂਦਾ, ਉਹ ਕੈਮਰੇ 'ਚ ਰਿਕਾਰਡ ਹੋਵੇ, ਤੁਸੀਂ ਉਹਨਾਂ ਨਾਲ ਕੀ ਗੱਲਬਾਤ ਕਰਦੇ ਹੋ ਉਹ ਰਿਕਾਰਡ ਹੋਵੇ, ਰਿਕਾਰਡ ਹੋ ਕੇ ਪਤਾ ਲੱਗੇ ਵੀ ਇਹ ਗੱਲਬਾਤ ਕੀਤੀ ਸੀ, ਇਹਨਾਂ ਕੋਲੋਂ ਵਾਕਈ ਡਰੱਗ ਨਿਕਲੀ ਆ। ਜਿਹੜੇ ਪੰਜਾਬ ਪੁਲਿਸ ਵਾਲੇ ਨੇ ਉਹ ਇਮਾਨਦਾਰ ਨੇ, ਉਹਨਾਂ ਨੇ ਵੀਡੀਓ ਬਣਾਈ ਆ, ਵੀਡੀਓ ਦੇ ਵਿੱਚ ਸਾਬਤ ਹੋਇਆ ਕਿ ਉਹ ਡਰੱਗ ਲੈ ਕੇ ਆਉਂਦੇ ਸੀ, ਉਹਨਾਂ ਨੂੰ ਰੰਗੇ ਹੱਥੀ ਫੜਿਆ। ਇਸ ਤਰ੍ਹਾਂ ਦਾ ਕੁਛ ਵੀ ਨਹੀਂ ਕਰਦੀ ਪੰਜਾਬ ਪੁਲਿਸ। ਬਸ ਪੰਜਾਬ ਪੁਲਿਸ ਇਹੀ ਕਰਦੀ ਆ, ਮੀਡੀਆ ਨੂੰ ਬੁਲਾਉਂਦੀ ਆ, ਬੁਲਾ ਕੇ ਵੱਡੇ ਬੋਝੇ ਰੱਖ ਦਿੰਦੀ ਆ। ਆਹ ਲਓ ਜੀ ਅਸੀਂ ਵੱਡੀ ਕਾਮਯਾਬੀ ਕਰ ਲਈ ਕਿ ਅਸੀਂ ਡਰੱਗ ਫੜ ਲਈ ਇਹਨਾਂ ਕੋਲੋਂ 5 ਕਿਲੋ, ਤੇ ਅਸੀਂ ਡਰੱਗ ਫੜ ਕੇ ਹੁਣ ਅਸੀਂ ਮੀਡੀਆ ਵਾਲਿਆਂ ਨੂੰ ਬੁਲਾਇਆ, ਬੁਲਾ ਕੇ ਸਾਰੀਆਂ ਫੋਟੋਆਂ ਲਹਾ ਲੀਆਂ, ਬੱਲੇ ਆਪਦੀ ਕਰਵਾ ਲਈ। ਦੇਖੋ ਜੀ, ਪੰਜਾਬ ਪੁਲਿਸ ਨੇ ਡਰੱਗ ਫੜ ਲਈ। ਓਏ ਹਰਾਮ ਦੇ, ਉਹ ਡਰੱਗ ਫੜੀ ਕਿੱਦਾਂ ਫੜੀ ਆ? ਕਿੱਦਾਂ ਕਿਸੇ ਦਾ ਘਰ ਉਜਾੜਿਆ ਤੁਸੀਂ ਕੁੱਤਿਓ?
ਕਿੱਦਾਂ ਕਿਸੇ ਦਾ ਘਰ ਬਰਬਾਦ ਕਰਿਆ ਕਿ ਆਪਣੀ ਗੰਦੀ ਰੋਟੀ ਖਾਣ ਦੇ ਲਈ? ਕਿੱਦਾਂ ਕਿਸੇ ਦਾ ਤੁਸੀਂ ਘਰ ਬਰਬਾਦ ਕਰਿਆ? ਹਰਾਮ ਦਿਓ, ਤੁਸੀਂ ਇਹ ਤਾਂ ਦੱਸੋ ਕਿ ਘਰ ਬਰਬਾਦ ਕਿਸੇ ਦਾ ਕਿੱਦਾਂ ਕੀਤਾ? ਕੋਈ ਕੈਮਰਾ ਲਾਇਆ? ਕੋਈ ਕੈਮਰੇ 'ਚ ਪ੍ਰੂਫ ਹੋਇਆ ਰਿਕਾਰਡ? ਜਦੋਂ ਤੁਹਾਡੇ ਕੋਲੇ ਕੋਈ ਪ੍ਰੂਫ ਹੀ ਨਹੀਂ, ਕਿਸੇ ਦੇ ਘਰੋਂ ਜਾ ਕੇ ਕਿਸੇ ਨੂੰ ਚੱਕੋਗੇ, ਚੱਕ ਕੇ ਲਓ ਜੀ ਡਰੱਗ ਪਾਤੀ, ਇਹ ਪਾਤਾ, ਉਹ ਪਾਤਾ। ਇਹ ਕੋਈ ਇਨਸਾਨੀਅਤ ਆ? ਇਹ ਕੰਮ ਇਹਨਾਂ ਨੇ ਕੀਤਾ ਕਿਉਂ ਆ? ਇਹਨਾਂ ਨੇ ਇਹ ਗੰਦੀ ਕਰਤੂਤ ਕੀਤੀ ਕਿਉਂ? ਪੁਲਿਸ ਵਾਲਿਆਂ ਨੇ ਉਹ 2 ਨੌਜਵਾਨ ਜੋ ਫੌਜ 'ਚ ਭਰਤੀ ਨੇ ਉਹ ਫੜੇ, ਇੱਕ ਉਹਨਾਂ ਦਾ ਜਿਹੜਾ ਮੁੰਡਾ ਘਰੇ ਕੰਮ ਕਰਦਾ ਉਹਨੂੰ ਵੀ ਫੜ ਕੇ ਅੰਦਰ ਕਰਤਾ। ਕਹਿੰਦੇ ਜੀ ਇਹਨਾਂ ਕੋਲੋਂ ਡਰੱਗ ਫੜੀ ਆ। ਇਹ ਕੰਮ ਇਹਨਾਂ ਨੇ ਕੀਤਾ ਕਿਉਂ? ਇਹ ਕੰਮ ਕੀਤਾ ਪੰਜਾਬ ਸਰਕਾਰ ਦੇ ਕਹਿਣ ਤੇ, ਮੋਦੀ ਦੇ ਕਹਿਣ ਤੇ, ਕਿਉਂਕਿ ਸਾਰੇ ਕੰਜਰ ਇੱਕ ਨੇ। ਜੇ ਕੋਈ ਕਹਿ ਦੇਵੇ ਕਿ ਕਾਂਗਰਸ ਵਿਰੋਧ ਕਰਦੀ ਹੈ ਬੀਜੇਪੀ ਦਾ, ਬਿਲਕੁਲ ਹੀ ਗਲਤ ਆ। ਬੰਗਾਲ ਦੇ ਵਿੱਚ ਹੁਣ ਵੋਟਾਂ ਪੈ ਰਹੀਆਂ ਨੇ, ਉੱਥੇ ਹਮਾਇਤ ਕਰ ਰਹੀ ਆ ਬੀਜੇਪੀ ਔਰ ਕਾਂਗਰਸ, ਬੰਗਾਲ ਦੇ ਵਿੱਚ ਇੱਕ ਨੇ। ਫਿਰ ਇੱਧਰ 2 ਕਿਵੇਂ ਹੋ ਜਾਣਗੇ? ਕਿਸੇ ਪਾਸੇ ਇੱਕ, ਕਿਸੇ ਪਾਸੇ 2, ਇਹ ਨਹੀਂ ਹੋ ਸਕਦਾ। ਕਿਉਂਕਿ ਇਹ ਸਾਰਾ ਸਿਸਟਮ ਜਿੰਨਾ ਵੀ ਪੋਲੀਟੀਕਲ ਗੁੰਡੇ ਨੇ, ਇਹ ਸਾਰੇ ਇਕੱਠੇ ਹੀ ਨੇ। ਇਹ ਇਕੱਠੇ ਹੀ ਰਲ ਮਿਲ ਕੇ ਸਾਰੇ ਖਾਂਦੇ ਨੇ, ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ। ਹੁਣ ਇਹਨਾਂ ਨੇ ਜਿਹੜੇ ਇਹ 2 ਨੌਜਵਾਨ ਫੌਜ ਵਾਲੇ ਤੇ ਇੱਕ ਉਹਨਾਂ ਦਾ ਘਰ ਮੁੰਡਾ ਜਿਹੜਾ ਉਹ ਫੜਿਆ, ਉਹ ਕਿਉਂ ਫੜਿਆ? ਜਿਹੜੇ 2 ਨੌਜਵਾਨ ਫੌਜੀ ਫੜੇ ਨੇ, ਇਹ ਇੱਕ ਫੌਜੀਆਂ ਨੂੰ ਡਰਾਉਣਾ, ਇੱਕ ਉਹਨਾਂ ਨੂੰ ਡਰਾ ਕੇ ਰੱਖਣਾ ਕਿ ਉਹ ਕੋਈ ਇਦਾਂ ਦਾ ਕਦਮ ਨਾ ਚੱਕਣ ਜੋ ਕਿ ਸਰਕਾਰ ਦਾ ਵਿਰੋਧ ਨਾ ਕਰਨ। ਇਸ ਕਰਕੇ ਉਹ 2 ਨੌਜਵਾਨਾਂ ਨੂੰ ਫੜ ਕੇ ਅੱਜ ਝੂਠੇ ਕੇਸ ਦੇ ਵਿੱਚ ਅੰਦਰ ਕੀਤਾ ਗਿਆ। ਉਧਰ ਹਰਿਮੰਦਰ ਸਾਹਿਬ ਦੇ ਕੋਲੇ, ਅੰਮ੍ਰਿਤਸਰ ਦੀ ਗੱਲ ਕਰਦੇ ਹਾਂ, ਹਰਿਮੰਦਰ ਸਾਹਿਬ ਕੋਲੇ ਇੱਕ ਨਾਲਾ ਬਣਾਇਆ ਜਾ ਰਿਹਾ। ਉਹ ਨਾਲੇ ਦੇ ਵਿੱਚ ਰਾਮ ਦੀਆਂ ਇੱਟਾਂ ਲਾਈਆਂ ਜਾ ਰਹੀਆਂ ਨੇ, ਜੋ ਕਿ ਰਾਮ ਦੀਆਂ ਇੱਟਾਂ ਲਾਈਆਂ ਜਾ ਰਹੀਆਂ ਨੇ, ਉੱਤੇ ਤੇ ਲਿਖਿਆ ਹੋਇਆ ਰਾਮ, ਹਰੇ ਰਾਮ, ਹਰੇ ਰਾਮ ਕਰਕੇ ਉਹ ਇੱਟਾਂ ਥੱਲੇ ਗੰਦੇ ਨਾਲੇ 'ਚ ਲਾਈਆਂ ਜਾ ਰਹੀਆਂ ਨੇ। ਇੱਕ ਪਾਸੇ ਤਾਂ ਲੋਕ ਇਹਨੂੰ ਮੰਨਦੇ ਨੇ, ਭਗਵਾਨ ਮੰਨਦੇ ਨੇ। ਪਹਿਲੀ ਗੱਲ ਤਾਂ ਇਹ ਬੇਅਬਦੀ ਆ ਕਿ ਲੋਕ, ਕਾਫੀ ਲੋਕ ਮੰਨਦੇ ਨੇ ਕਿ ਰਾਮ ਭਗਵਾਨ ਆ। ਫਿਰ ਜੇ ਭਗਵਾਨ ਆ ਤੇ ਭਗਵਾਨ ਦੀਆਂ ਇੱਟਾਂ ਨੂੰ ਗੰਦੇ ਨਾਲੇ 'ਚ ਕਿਉਂ ਲਿਖ ਕੇ ਲਾਇਆ ਜਾ ਰਿਹਾ? ਪਰ ਗੱਲ ਇਹ ਆ ਕਿ ਆਉਣ ਵਾਲੇ ਸਮੇਂ 'ਚ ਇਹ ਸਾਬਤ ਕਰਨ ਵਾਲੇ ਨੇ, ਜਿਵੇਂ ਯੁੱਧਿਆ ਦੇ ਵਿੱਚ ਉੱਥੇ ਆਪਣੀਆਂ ਇੱਟਾਂ ਉੱਟਾਂ ਇਹਨਾਂ ਨੇ ਪਹਿਲਾਂ ਦੱਬ ਦਿੱਤੀਆਂ, ਫਿਰ ਕਹਤਾ ਜੀ ਇੱਥੇ ਸਾਡਾ ਰਾਮ ਆਇਆ ਸੀ, ਮਸੀਤ ਢਾਤੀ। ਐਵੇਂ ਜਿਵੇਂ ਹੀ ਨਵਾਂ ਸਿਆਪਾ ਆਉਣ ਵਾਲੇ ਸਾਲਾਂ ਦੇ ਵਿੱਚ ਕ੍ਰੀਏਟ ਕਰਨ ਵਾਲੇ ਨੇ ਕਿ ਜੀ ਪਹਿਲਾਂ ਅਸੀਂ ਇੱਟਾਂ ਦੱਬ ਦਿੰਦੇ ਹਾਂ ਹਰਿਮੰਦਰ ਸਾਹਿਬ ਦੇ ਲਾਗੇ ਤਾਗੇ, ਫਿਰ ਕਹਿ ਦਾਂਗੇ ਇੱਥੇ ਤਾਂ ਸਾਡਾ ਰਾਮ ਰਹਿੰਦਾ ਸੀ। ਜਿੰਨੀਆਂ ਵੀ ਐਦਾਂ ਲੋਕਾਂ ਨੂੰ ਪਾੜਨ ਦੀਆਂ, ਜਾਤਾਂ ਪਾਤਾਂ 'ਚ ਵੰਡਣ ਦੀਆਂ ਗੰਦੀਆਂ ਰਾਜਨੀਤੀਆਂ ਨੇ, ਉਹ ਬੀਜੇਪੀ ਤੋਂ ਜਿੰਨੀਆਂ ਮਰਜ਼ੀ ਕਰਵਾ ਲਓ। ਬੀਜੇਪੀ ਦੇ ਕੋਲ ਸਾਰੇ ਪੋਲੀਟੀਕਲ ਲੀਡਰ ਇੱਕੋ ਹੀ ਨੇ, ਇਹਨਾਂ 'ਚ ਕੋਈ ਫਰਕ ਨਹੀਂ ਹੈਗਾ। ਸਾਰੇ ਪੋਲੀਟੀਕਲ ਗੁੰਡੇ ਇੱਕੋ ਹੀ ਨੇ, ਕਿਉਂਕਿ ਇਹ ਜਾਤਾਂ 'ਚ ਪਾ ਕੇ ਰੱਖਦੇ ਨੇ। ਕਿਸੇ ਨੇ ਵੀ ਅੱਜ ਤੱਕ ਪੋਲੀਟੀਕਲ ਪਾਰਟੀ ਨੇ ਵਿਰੋਧ ਨਹੀਂ ਕੀਤਾ ਵੀ A ਕਲਾਸ B ਕਲਾਸ ਭਾਰਤ ਦੇ ਵਿੱਚ ਨਹੀਂ ਲਿਖਣੀ ਫਾਰਮਾਂ ਦੇ ਉੱਤੇ, ਕਿਉਂਕਿ ਸਾਰੇ ਇਨਸਾਨ ਆ। ਜੇ ਕਿਸੇ ਨੂੰ ਬੈਨੀਫਿਟ ਦੇਣੇ ਨੇ, ਬਈ ਇਹ ਗਰੀਬ ਆ, ਉਹਦੀ ਇਨਕਮ ਦੇ ਹਿਸਾਬ ਦੇ ਨਾਲ ਬੈਨੀਫਿਟ ਦੇਣੇ ਚਾਹੀਦੇ ਨੇ। ਕਿ ਇਹਦੀ ਇਨਕਮ ਘੱਟ ਆ, ਇਹਦੀ ਇਨਕਮ ਘੱਟ ਆ, ਇਹਦੀ ਇਨਕਮ ਦੇ ਹਿਸਾਬ ਨਾਲ ਇਹਨੂੰ ਇਹ ਬੈਨੀਫਿਟ ਮਿਲਣਗੇ, ਬਲਕਿ ਕਿਸੇ ਜਾਤ ਦੇ ਹਿਸਾਬ ਨਾਲ ਨਹੀਂ ਬੈਨੀਫਿਟ ਮਿਲਣਗੇ। ਇਹ ਗਲਤ ਆ। ਇਹਦਾ ਹੁਣ ਤੱਕ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ, ਕਿਉਂਕਿ ਇਹ ਜਿੰਨੇ ਵੀ ਪੋਲੀਟੀਕਲ ਗੁੰਡੇ ਨੇ ਸਾਰੇ ਇੱਕੋ ਹੀ ਨੇ। ਹੁਣ ਜੇ ਗੱਲ ਕਰੀਏ ਕਿਸਾਨ ਜਥੇਬੰਦੀਆਂ ਦੀ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਸਾਲਾਂ ਤੋਂ ਹੀ, ਅੱਜ ਦੀਆਂ ਨਹੀਂ, ਬਹੁਤ ਸਾਲਾਂ ਤੋਂ ਉਹਨਾਂ ਨੇ ਪੂਰੀ ਜ਼ਿੰਦਗੀ ਸੰਘਰਸ਼ ਦੇ ਵਿੱਚ ਲਾ ਦਿੱਤੀ ਆ। ਥੋਂ ਉਹ ਧਰਨੇ ਪ੍ਰਦਰਸ਼ਨ ਪਹਿਲਾਂ ਤੋਂ ਹੀ ਕਰਦੇ ਆਏ ਨੇ, ਪਰ ਧਰਨੇ ਪ੍ਰਦਰਸ਼ਨਾਂ ਦਾ ਅਸਰ ਵੀ ਕੋਈ ਨਹੀਂ ਹੋਇਆ। ਲੱਗਦਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜਾਂ ਸਮਝ ਘੱਟ ਆ ਜਾਂ ਸਮਝਣਾ ਨਹੀਂ ਚਾਹੁੰਦੇ, ਇਹ ਨਹੀਂ ਕੋਈ ਪਤਾ। ਹੁਣ ਬੰਗਾਲ ਦੇ ਵਿੱਚ ਗਏ ਨੇ ਕਿਸਾਨ ਜਥੇਬੰਦੀਆਂ ਦੇ ਆਗੂ, ਸਾਰੇ ਇਕੱਠੇ ਹੋ ਕੇ ਗਏ ਨੇ। ਕਹਿੰਦੇ ਜੀ ਉੱਥੇ ਅਸੀਂ ਬੀਜੇਪੀ ਦਾ ਵਿਰੋਧ ਕਰਨ ਜਾ ਰਹੇ ਹਾਂ ਕਿ ਬੀਜੇਪੀ ਨੂੰ ਵੋਟਾਂ ਨਾ ਪਾਇਓ, ਬੀਜੇਪੀ ਨੂੰ ਵੋਟਾਂ ਨਾ ਪਾਇਓ। ਹੁਣ ਤੁਸੀਂ ਸਮਝੋ ਕਿ ਇਹ ਸਟੋਰੀ ਹੈ ਕੀ ਆ। ਕਹਿੰਦੇ ਜੀ ਅਸੀਂ ਵਿਰੋਧ ਕਰਾਂਗੇ ਬੰਗਾਲ ਦੇ ਵਿੱਚ ਜਾ ਕੇ, ਉੱਥੇ ਜਾ ਚੁੱਕੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਕਿ ਬੀਜੇਪੀ ਨੂੰ ਵੋਟ ਨਾ ਪਾਇਓ। ਹੁਣ ਜੀ ਕੀ ਬੀਜੇਪੀ ਦੇ ਉੱਤੇ ਇਹ ਗੱਲ ਦਾ ਅਸਰ ਹੋਏਗਾ ਬਈ ਵੋਟ ਨਾ ਪਾਉਣ ਤੇ ਕਹਿਣ ਤੇ ਲੋਕ ਵੋਟ ਨਾ ਪਾਉਣ? ਗੱਲ ਇਹ ਆ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਾਂ ਗੱਲ ਨੂੰ ਸਮਝਣਾ ਨਹੀਂ ਚਾਹੁੰਦੇ ਜਾਂ ਸਮਝਦੇ ਨਹੀਂ,
ਇਹ ਤਾਂ ਉਹਨਾਂ ਨੂੰ ਖੁਦ ਨੂੰ ਪਤਾ ਹੋਊਗਾ। ਬੀਜੇਪੀ ਨੂੰ ਵੋਟਾਂ ਦੀ ਜ਼ਰੂਰਤ ਹੀ ਕਦੋਂ ਸੀ? ਜੇ ਕੋਈ ਕਹੇ ਵੀ 2014 ਦੇ ਵਿੱਚ ਬਾਹਲੀਆਂ ਹੀ ਵੋਟਾਂ ਲੈ ਕੇ ਉਹ ਸੀਟ ਹਾਸਲ ਕਰੀ ਆ ਉਹਨਾਂ ਨੇ, ਜਾਂ ਹੁਣ ਵੀ ਉਹ ਸੀਟ ਹਾਸਲ ਕਰਨਗੇ ਬੰਗਾਲ ਦੇ ਵਿੱਚੋਂ ਜਾਂ ਅਲੱਗ-ਅਲੱਗ ਰਾਜਾਂ ਦੇ ਵਿੱਚੋਂ, ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਕਿਉਂਕਿ ਈਵੀਐਮ ਮਸ਼ੀਨਾਂ ਹੈਗੀਆਂ। ਈਵੀਐਮ ਮਸ਼ੀਨਾਂ ਦੇ ਨਾਲ ਉਹ ਆਪਣੇ ਆਪ ਨੂੰ ਵੋਟ ਪਾ ਕੇ ਆਪ ਹੀ ਬਣ ਜਾਂਦੇ ਨੇ। ਜਿਹੜਾ ਉਹ ਦਿਖਾਵਾ ਕਰਦੇ ਨੇ, ਦੇਖੋ ਜੀ ਕਿੰਨਾ ਇਕੱਠ ਹੋਇਆ, ਕਿੰਨਾ, ਉਹ ਸਾਰੇ ਭਾੜੇ ਦੇ ਟੱਟੂ ਨੇ। ਪੈਸੇ ਦੇ ਕੇ ਗਰੀਬਾਂ ਨੂੰ, ਕੋਈ ਗਰੀਬ ਹੀ ਗਰੀਬ ਨੇ ਭਾਰਤ ਦੇ ਵਿੱਚ, ਹੋਰ ਤਾਂ ਕੁਛ ਹੈ ਹੀ ਨਹੀਂ। ਉਹ ਗਰੀਬਾਂ ਨੂੰ ਇਕੱਠੇ ਕਰਕੇ ਪੈਸੇ ਦੇ ਕੇ ਇਕੱਠ ਦਿਖਾ ਦਿੰਦੇ ਨੇ। ਉਹ ਇਕੱਠ ਦਿਖਾਉਣ ਦੀ ਉਹਨਾਂ ਦੀ ਪ੍ਰੋਬਲਮ ਇਹ ਆ ਕਿ ਬਾਹਰਲੇ ਮੁਲਕਾਂ ਨੂੰ ਬੇਵਕੂਫ ਬਣਾਉਣਾ, ਪੂਰੇ ਵਰਲਡ ਨੂੰ ਬੇਵਕੂਫ ਬਣਾਉਣਾ, ਸਿਰਫ ਉਹੀ ਆ। ਜੇ ਉਹ ਇਹ ਡਰਾਮਾ ਨਹੀਂ ਕਰਦੇ ਤਾਂ ਇੱਕ ਤਰਫਾ ਤਾਨਾਸ਼ਾਹ ਰਾਜ ਭਾਰਤ ਦੇ ਵਿੱਚ ਹੋ ਜਾਂਦਾ। ਉਹਦੇ ਵਿੱਚ ਫਿਰ ਉਹਨਾਂ ਦਾ ਡਰਾਮਾ ਨਹੀਂ ਚੱਲਦਾ। ਜਿਹੜੇ ਸੰਘ ਪਾੜ ਕੇ ਲੋਕਤੰਤਰ ਬਕਵਾਸ ਕਰਦੇ ਨੇ, ਫਿਰ ਉਹਨਾਂ ਦਾ ਬਕਵਾਸ ਖਤਮ ਹੋ ਜੂ। ਉਹ ਬਕਵਾਸ ਉੱਦਾਂ ਹੀ ਬਰਕਰਾਰ ਰੱਖਣ ਦੇ ਲਈ ਤੇ ਵਰਲਡ ਬੈਂਕ ਤੋਂ ਕਰਜ਼ਾ ਲੈਣ ਦੇ ਲਈ ਤੇ ਮੁਲਕ ਨੂੰ ਕਰਜ਼ਾਈ ਹੋਰ ਬਣਾਉਣ ਦੇ ਲਈ ਇਹ ਡਰਾਮਾ ਸਾਰਾ ਕਰਦੇ ਨੇ ਲੋਕਤੰਤਰ ਦਾ। ਇਹ ਡਰਾਮਾ ਇੱਕ ਪੂਰਾ ਦੀ ਪੂਰਾ ਡਰਾਮਾ। ਹੁਣ ਇਹ ਡਰਾਮਾ ਪੂਰੀ ਦੁਨੀਆ ਦੇ ਸਾਹਮਣੇ ਸੱਚ ਆਊਗਾ। ਹੁਣ ਬੰਗਾਲ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਬਈ, ਉਧਰ ਕਿਸਾਨ ਜਿਹੜੇ ਨੇਗੇ ਉਹ ਵਿਰੋਧ ਕਰ ਰਹੇ ਨੇ, ਉਧਰ ਦਿੱਲੀ ਦੇ ਧਰਨਿਆਂ ਦੇ ਉੱਤੇ ਕਿੰਨੇ ਕਿਸਾਨ ਬੈਠੇ ਨੇ। ਇਹ ਤਾਂ ਹੋ ਨਹੀਂ ਸਕਦਾ ਕਿ ਬੰਗਾਲ ਦੇ ਵਿੱਚ ਲੋਕਾਂ ਨੂੰ ਦਿਖਦਾ ਨਾ ਹੋਵੇ, ਜਾਂ ਉਹਨਾਂ ਦੇ ਐਨਕਾਂ ਕਾਲੀਆਂ ਲਾਈਆਂ ਹੋਣ, ਉਹਨਾਂ ਨੂੰ ਭਾਰਤ ਦੇ ਹਾਲਾਤ ਨਾ ਦਿਖਦੇ ਹੋਣ। ਭਾਰਤ ਦੇ ਹਾਲਾਤ ਤਾਂ ਪੂਰੇ ਵਰਲਡ ਨੂੰ ਦਿਖਦੇ ਨੇ, ਫਿਰ ਬੰਗਾਲ ਵਾਲਿਆਂ ਨੂੰ ਕਿਵੇਂ ਨਹੀਂ ਦਿਖਦੇ? ਜੇ ਕਿਸਾਨ ਜਥੇਬੰਦੀਆਂ ਦੇ ਆਗੂ ਨਾ ਵੀ ਜਾਂਦੇ ਤੇ ਪਤਾ ਤਾਂ ਉੱਥੇ ਫਿਰ ਵੀ ਲੱਗ ਜਾਣਾ ਸੀਗਾ। ਲੋਕਾਂ ਨੂੰ ਪਤਾ ਸੀ ਕਿ ਬੀਜੇਪੀ ਕੀ ਕਰ ਰਹੀ ਆ, ਕੀ ਗੁੰਡਾ ਰਾਜ ਕੀਤਾ ਹੋਇਆ, ਪੁਲਿਸ ਵਾਲੇ ਕੁਛ ਵੀ ਕਰੀ ਜਾਣ। ਇੰਨਾ ਮੁਲਕ ਆਜ਼ਾਦ ਕਰ ਦਿੱਤਾ ਕਿ ਪੁਲਿਸ ਵਾਲੇ ਜਿੰਨਾ ਮਰਜ਼ੀ ਜ਼ੁਲਮ ਕਰੀ ਜਾਣ, ਕੋਈ ਪੁੱਛਣ ਵਾਲਾ ਨਹੀਂ। ਮੁਲਕ ਆਜ਼ਾਦ ਆ ਨਾ, ਤਾਂ ਜ਼ੁਲਮ ਕਰਦੇ ਨੇ। ਜਿਹੜੇ ਸਰਕਾਰੀ ਅਦਾਰੇ ਨੇ ਉਹ ਲੋਕਾਂ ਉੱਤੇ ਜਿੰਨਾ ਮਰਜ਼ੀ ਦਿਨ ਪਰ ਰਾਤ ਜ਼ੁਲਮ ਕਰੀ ਜਾਣ, ਰਿਸ਼ਵਤ ਲਈ ਜਾਣ, ਆਪਣੇ ਘਰ ਪਾਲੀ ਜਾਣ, ਜਿੰਨਾ ਮਰਜ਼ੀ ਜ਼ੁਲਮ ਕਰ ਲੈਣ, ਕਿਉਂਕਿ ਦੇਸ਼ ਆਜ਼ਾਦ ਆ ਨਾ। ਸੁਪਰੀਮ ਕੋਰਟ, ਹਾਈ ਕੋਰਟ, ਜਿੰਨੇ ਵੀ ਜੱਜ ਨੇ, ਜਿੰਨੀਆਂ ਮਰਜ਼ੀ ਕਾਨੂੰਨ ਦੀਆਂ ਧੱਜੀਆਂ ਅੜਾਈ ਜਾਣ, ਕਾਨੂੰਨ ਨੂੰ ਨਾ ਹੀ ਮੰਨਣ, ਕਿਉਂਕਿ ਲੋਕਤੰਤਰ ਆ ਨਾ, ਲੋਕ ਆਜ਼ਾਦ ਨੇ। ਆਜ਼ਾਦ ਮੁਲਕ ਦੀ ਫਿਰ ਇਹੀ ਤਾਂ ਨਿਸ਼ਾਨੀ ਹੁੰਦੀ ਹੈ। ਲੋਕਾਂ ਨੂੰ ਪਤਾ ਬੰਗਾਲ ਦੇ ਵਿੱਚ ਕਿ ਇੰਨਾ ਰੌਲਾ ਪੈ ਰਿਹਾ, ਬੀਜੇਪੀ ਦੀ ਆਹ ਗੰਦੀ ਕਰਤੂਤ ਆ ਜਿਹੜੀ ਉਹ ਸਭ ਦੇ ਸਾਹਮਣੇ ਆ। ਪਰ ਬੀਜੇਪੀ ਨੇ ਬੰਗਾਲ ਦੇ ਵਿੱਚ ਵੋਟਾਂ ਫਿਰ ਵੀ ਲੈ ਜਾਣੀਆਂ ਨੇ, ਸੀਟਾਂ ਫਿਰ ਵੀ ਲੈ ਜਾਣੀਆਂ ਨੇ, ਸੀਟਾਂ ਫਿਰ ਵੀ ਲੈ ਜਾਣੀਆਂ ਨੇ। ਕਿਉਂ ਲੈ ਜਾਣੀਆਂ ਨੇ? ਕੋਈ ਈਵੀਐਮ ਮਸ਼ੀਨ ਘਰ ਦੀ ਆ ਉਹਨਾਂ ਦੀ, ਜਿੱਦਾਂ ਮਰਜ਼ੀ ਘਰੇ ਬੈਠ ਕੇ ਆਪਣਾ ਉਹਨੂੰ ਮੇਨਟੇਨੈਂਸ ਕਰੀ ਜਾਣ, ਜਿੱਦਾਂ ਮਰਜ਼ੀ ਘਰੇ ਬੈਠ ਕੇ ਐਡਮਨ ਪੈਨਲ ਦੇ ਨਾਲ ਵੋਟਾਂ ਪਾਈ ਜਾਣ। ਹੁਣ ਇਸ ਚੀਜ਼ ਦਾ ਪਤਾ ਸਾਰਿਆਂ ਨੂੰ ਆ। ਜਿਹੜੇ ਰੌਲਾ ਨਹੀਂ ਪਾਉਂਦੇ ਉਹਨਾਂ ਨੂੰ ਸਭ ਨੂੰ ਪਤਾ, ਜਿਹੜੇ ਪੋਲੀਟੀਕਲ ਸਿਸਟਮ ਦੇ ਵਿੱਚ ਹੈਗੇ ਨੇ, ਜਿੰਨੇ ਵੀ ਗੁੰਡੇ ਇਕੱਠੇ ਹੋਏ, ਉਹ ਸਾਰੇ ਗੁੰਡਿਆਂ ਨੂੰ ਇਹ ਚੀਜ਼ ਦਾ ਪਤਾ ਕਿ ਈਵੀਐਮ ਮਸ਼ੀਨਾਂ ਦੇ ਨਾਲ ਹੇਰਾਫੇਰੀ ਕਰਦੇ ਆ। ਪਰ ਉਹ ਰੌਲਾ ਨਹੀਂ ਪਾਉਣਗੇ, ਭਾਵੇਂ ਕਾਂਗਰਸ ਵਾਲੇ ਹੋਣ ਜਾਂ ਹੋਰ ਇੱਧਰ ਉੱਧਰਲੇ ਹੋਣ ਇਕੱਠੇ ਹੋਏ। ਇਹ ਰੌਲਾ ਨਹੀਂ ਪਾਉਣਗੇ ਈਵੀਐਮ ਮਸ਼ੀਨਾਂ ਦਾ, ਕਿਉਂਕਿ ਸਾਰਾ ਸਾਂਢਾ ਗਾਂਢਾ। ਪਰ ਜਿਹੜਾ ਲੋਕਾਂ ਨੂੰ ਦਿਖਾਇਆ ਜਾਂਦਾ, ਇਹ ਲੋਕਤੰਤਰ ਇੱਕ ਦਿਖਾਇਆ ਜਾਂਦਾ ਇਕੱਠ ਕਰਕੇ ਕਿ ਲੋਕਤੰਤਰ ਆ, ਉਹ ਵੀ ਦਿਖਾਉਣ ਦੀ ਪ੍ਰੋਬਲਮ ਇਹ ਆ ਕਿ ਵਰਲਡ ਬੈਂਕ ਤੋਂ ਕਰਜ਼ਾ ਲੈਣਾ ਕਿ ਜੀ ਲੋਕਤੰਤਰ ਆ, ਸਾਨੂੰ ਕਰਜ਼ਾ ਦਿਓ, ਸਾਡੇ ਲੋਕ ਭੁੱਖੇ ਮਰਦੇ ਨੇ, ਅਸੀਂ ਐਂ ਕਰਨਾ, ਇਹ ਅਸੀਂ ਐਂ ਕਰਨਾ। ਸਿਰਫ ਇੱਕੋ ਦਿਖਾਵਾ, ਇਹ ਤੋਂ ਵੱਧ ਕੇ ਕੁਛ ਵੀ ਨਹੀਂ। ਹੁਣ ਬੈਨੀਫਿਟ ਕੀ ਹੋਊਗਾ ਕਿ ਜਿਹੜੇ ਕਿਸਾਨ ਧਰਨਿਆਂ ਤੇ ਉੱਠ ਕੇ ਬੰਗਾਲ ਜਾ ਕੇ ਰੌਲਾ ਪਾਉਣ ਗਏ ਨੇ, ਉਹਦਾ ਬੈਨੀਫਿਟ ਕਿਹਨੂੰ ਹੋਊਗਾ? ਬੈਨੀਫਿਟ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਬੀਜੇਪੀ ਨੂੰ, ਕਾਂਗਰਸ ਨੂੰ, ਸਾਰਿਆਂ ਨੂੰ ਹੋਣਾ। ਉਹ ਬੈਨੀਫਿਟ ਕਿਵੇਂ ਹੋਣਾ? ਜਦੋਂ ਉੱਥੋਂ ਸੀਟਾਂ ਲੈ ਜਾਣੀਆਂ ਨੇ ਬੀਜੇਪੀ ਨੇ, ਉਹ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂ ਸੰਘ ਪਾੜ ਕੇ ਕਹਿਣਗੇ ਧਰਨਿਆਂ ਦੇ ਵਿੱਚ ਆ ਕੇ, ਰਾਜੇਵਾਲ ਵਰਗੇ, ਦੇਖੋ ਜੀ ਅਸੀਂ ਗਏ ਸੀ ਬੰਗਾਲ ਦੇ ਵਿੱਚ, ਅਸੀਂ ਬੀਜੇਪੀ ਦਾ ਵਿਰੋਧ ਕੀਤਾ ਕਿ ਨਹੀਂ ਕੀਤਾ, ਅਸੀਂ ਪਿੰਡਾਂ ਦੇ ਵਿੱਚ ਵੀ ਵਿਰੋਧ ਕੀਤਾ, ਪਰ ਬੀਜੇਪੀ ਫਿਰ ਵੀ ਵੋਟ ਲੈ ਗਈ। ਖੱਟੜ ਦੇ ਜਿੰਨੇ ਵੀ ਮੰਤਰੀ ਸ਼ਾਂਤਰੀ ਸੀ, ਜਦੋਂ ਉਹਨਾਂ ਤੋਂ ਵੋਟ ਪਵਾਈ ਗਈ, ਉਹ ਸਾਰਿਆਂ ਨੇ ਬੀਜੇਪੀ ਦੇ ਹੱਕ 'ਚ ਵੋਟ ਪਾਤੀ। ਲੱਗਦਾ ਸਾਨੂੰ ਆਏ ਆ ਕਿ ਸਾਡੇ ਕੋਲੋਂ ਕੋਈ ਮਿਸਟੇਕ ਹੋ ਰਹੀ ਹੈ ਕਿ ਲੋਕ
ਇਹ ਲੋਕਤੰਤਰ ਦੇ ਵਿੱਚ ਬੀਜੇਪੀ ਨੂੰ ਪਸੰਦ ਕਰਦੇ ਨੇ। ਦੇਖੋ ਕਿੰਨੀਆਂ ਵੋਟਾਂ ਪੈਂਦੀਆਂ ਨੇ, ਅਸੀਂ ਵਿਰੋਧ ਕਰਦੇ ਹਾਂ ਫਿਰ ਵੀ ਵੋਟਾਂ ਪੈਂਦੀਆਂ ਨੇ। ਪਰ ਸਾਨੂੰ ਹੁਣ ਇਹ ਸੋਚਣਾ ਚਾਹੀਦਾ ਵੀ ਜਿਹੜੇ 3 ਕਾਲੇ ਕਾਨੂੰਨ ਨੇ ਇਹ ਅੱਗੇ ਦੀ ਡੇਟ ਪਵਾ ਕੇ ਧਰਨਿਆਂ ਚੋਂ ਵਾਪਸ ਚਲੇ ਜਾਣਾ ਚਾਹੀਦਾ ਕਿ ਨਹੀਂ ਚਾਹੀਦਾ? ਹੱਥ ਖੜੇ ਕਰੋ, ਕਰਾ ਕੇ ਹੱਥ। ਚਲੋ ਜੀ, ਆਹ ਸਾਰੇ ਲੋਕਾਂ ਨੇ ਜੀ ਹੱਥ ਖੜੇ ਕਰ ਲਏ ਕਿਉਂਕਿ ਮੂਹਰੇ ਬਿਠਾ ਲੈਣਗੇ ਉੱਦਾਂ ਦੇ ਬੰਦੇ। ਆਪਾਂ ਘਰਾਂ ਨੂੰ ਚੱਲੀਏ। ਜਿਹੜੇ ਇੰਨੇ ਕਿਸਾਨ ਮਰ ਗਏ ਉਹ ਵਿਚਾਰੇ ਗਏ ਜ਼ਿੰਦਗੀ ਤੋਂ। ਉਹ ਤੋਂ ਬਾਅਦ ਮੁਲਕ 100% ਖਤਮ ਹੋ ਗਿਆ। ਜ਼ੁਲਮ ਪੂਰੀ ਬੁਲੰਦੀਆਂ ਤੇ ਪਹੁੰਚ ਜੂਗਾ ਕਿਉਂਕਿ ਜਦੋਂ ਬੀਜੇਪੀ 4 ਸਪੇਰੀ ਨੂੰ ਜਿੱਤ ਜੂਗੀ ਤਾਂ ਆਪੇ ਜਿਹੜਾ ਮੁਲਕ ਆ ਉਹ ਨਰਕ ਬੰਨੀ ਹੋਰ ਚਲਿਆ ਜਾਊਗਾ, ਲੋਕਾਂ ਤੇ ਜ਼ੁਲਮ ਹੋਰ ਹੋਣ ਲੱਗ ਜੂਗਾ। ਪਰ ਜਿਹੜਾ ਇਹ ਡਰਾਮਾ ਰਚਿਆ ਜਾ ਰਿਹਾ, ਪੂਰਾ ਡਰਾਮਾ ਇਹ ਸਿੱਧ ਕਰਦਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਗੱਲ ਦਾ ਤਾਂ ਜ਼ਰੂਰ ਪਤਾ ਹੋਏਗਾ ਕਿ EVM ਮਸ਼ੀਨਾਂ ਦੇ ਨਾਲ ਇਹ ਹੇਰਾਫੇਰੀ ਹੁੰਦੀ ਆ। ਸਾਨੂੰ EVM ਮਸ਼ੀਨਾਂ ਦਾ ਵਿਰੋਧ ਕਰਨਾ ਚਾਹੀਦਾ ਕਿ ਪਹਿਲਾਂ EVM ਮਸ਼ੀਨਾਂ ਖਤਮ ਕਰੋ, ਅਸੀਂ ਤਾਂ ਉਹ ਵੋਟਾਂ ਨੂੰ ਮੰਨਾਂਗੇ। ਇਸ ਗੱਲ ਦਾ ਵਿਰੋਧ ਨਾ ਤਾਂ ਕਿਸਾਨ ਜਥੇਬੰਦੀਆਂ ਦੇ ਆਗੂ ਕਰਦੇ ਨੇ, ਨਾ ਕੋਈ ਪੋਲੀਟੀਕਲ ਪਾਰਟੀ ਕਰਦੀ ਆ। ਪਰ ਇਹ ਸੋਚਣ ਵਿਚਾਰਨ ਵਾਲੀ ਗੱਲ ਆ। ਅੱਜ ਦੀਆਂ ਹੋਰ ਕਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ, ਹੁਣ ਆਪਾਂ ਉਹ ਦੇਖਦੇ ਹਾਂ। ਆਓ ਦੇਖੀਏ। ਉਹਦਾ ਕਾਰਨ ਇਹ ਹੈ ਕਿ ਅੱਜ 5-5 6-6 ਰੁਪਏ 'ਚ ਬਿੱਲ ਕੱਟੇ ਜਾਂਦੇ, ਲੋਕਾਂ ਦੀ ਤਾਰਾਂ ਕੱਟੀਆਂ ਜਾਂਦੀਆਂ ਪਈਆਂ, ਜੋ ਕਿ ਕੈਪਟਨ ਸਰਕਾਰ ਦੀ ਬਹੁਤ ਮਾੜੀ ਗੱਲ ਹੈ। ਇੱਕ ਪਾਸੇ ਤੁਸੀਂ ਲੇਡੀਜ਼ ਵਾਸਤੇ ਬੱਸ ਫ੍ਰੀ ਕਰ ਰਹੀ ਹੈ, ਲੇਕਿਨ ਰਹਿਣ ਜੋਗਾ ਘਰ 'ਚ ਬਿਜਲੀ ਆਉਣ ਤੇ ਦਿਓ। ਇਸ ਟਾਈਮ ਦਾ ਮਾਰਚ ਮਹੀਨਾ ਵਾ, ਇਹ ਪੂਰੇ ਹਿੰਦੁਸਤਾਨ ਨੂੰ ਪਤਾ ਵਾ ਕਿ ਬੱਚਿਆਂ ਨੂੰ ਫੀਸਾਂ, ਐਡਮਿਸ਼ਨਾਂ ਫੀਸਾਂ ਦੀ ਲੋੜ ਹੁੰਦੀ ਹੈ, ਕਿਰਾਏ ਪੈਸੇ ਦੀ ਲੋੜ ਹੁੰਦੀ ਹੈ। ਇਹਨਾਂ ਤਾਰਾਂ ਕੱਟਣੀਆਂ ਸ਼ੁਰੂ ਕਰਤੀਆਂ ਮੈਂ। ਅੱਗੇ ਗਰਮੀਆਂ ਦੇਣ ਹੈ, ਠੀਕ ਹੈ, ਕਰੋਨਾ ਟਾਈਮ 'ਚ ਵੀ ਇਹ ਬਿੱਲ ਨਹੀਂ ਮਾਫ ਕਰ ਸਕੇ, ਲੇਕਿਨ ਲੋਕਾਂ ਨੇ ਇਹਨਾਂ ਧੱਕੇਸ਼ਾਹੀ ਕੀਤੀ ਹੈ। ਜੇ ਧੱਕੇਸ਼ਾਹੀ ਕਰਨ ਦੀ ਇੰਨੀ ਹਿੰਮਤ ਹੈ ਨਾ ਇਹਨਾਂ ਵਿੱਚ, ਆ ਜਾ ਕੇ ਚੌਂਕੀ ਇੰਚਾਰਜਾਂ ਥਾਣੇਦਾਰਾਂ ਨਾਲ ਤੁਹਾਨੂੰ ਇੱਕ SP ਦਾ ਬਿੱਲ ਦੱਸਾਂਗੇ ਜੇ 70,000 ਰੁਪਏ ਪੈਂਡਿੰਗ ਹੈ। ਉਹਨਾਂ ਕੋਲ ਹੁੰਦੀ ਧੱਕੇਸ਼ਾਹੀ, ਉਹਨੂੰ ਪਤਾ ਇਹਨੇ ਮਾਸ ਚਲਾਨ ਕਰਨਾ ਤੇ ਉਹਨੇ ਇਹਦਾ ਗੱਡੀ ਚਲਾਨ ਕਰਨਾ। ਇਸ ਕਰਕੇ ਇਹ ਗੱਲ ਤਾਂ ਸਾਫ਼ ਹੈ, ਚੋਰ ਮੁਸੇਰੇ ਭਾਈ ਜਿੰਨੇ ਆਪਣੇ ਡਿਪਾਰਟਮੈਂਟ ਆਪਸ 'ਚ ਰਲੇ ਹੋਏ ਆ, ਆਪਸ 'ਚ ਇੱਕ ਦੂਜੇ ਤਾਰਾਂ ਨਹੀਂ ਕੱਟਦੇ, ਇਹ ਲੋਕਾਂ ਦੇ ਕਨੈਕਸ਼ਨ ਕੱਟਣ ਜਾ ਰਹੇ ਆ। ਮੈਂ ਪਰਿਵਾਰਾਂ ਦੀ ਆਪਾਂ ਜੇ ਗਿਣਤੀ ਕਰੀਏ, ਇੱਥੇ ਕੋਈ ਆਇਆ ਪਰਿਵਾਰ ਦੱਸ ਦੇ, ਮੈਂ ਤੁਹਾਡੇ ਪਰਿਵਾਰਾਂ ਦੀ ਗੱਲਾਂ ਕਰਦਾ ਪਿਆ। ਮੈਂ 5-5 6,000 ਰੁਪਏ ਲਾ ਰਿਹਾ, ਲੇਕਿਨ ਜਿਨ੍ਹਾਂ ਦੇ ਘਰਾਂ ਵਿਚਾਰੇ ਲੋਕ ਬਿਮਾਰ ਪੈ ਗਏ ਸੀ, ਬਿੱਲ ਨਹੀਂ ਦਿੱਤੇ ਗਏ, ਉਹਨਾਂ ਦੀ ਤਾਰਾਂ ਕੱਟੀਆਂ ਗਈਆਂ। ਉਹ ਵਿਚਾਰੀ ਦੀ ਮਾਈ ਘਰ ਅੱਗੇ ਪਿੱਛੇ ਕੋਈ ਨਹੀਂ ਗਾ, ਉਹਦੀ ਵਿਚਾਰੀ ਤਾਰਾਂ ਕੱਟਦੀਆਂ ਨੇ। ਇੱਕ ਬਲਬ ਦੇ ਬਿੱਲ 20,000 ਉਹਨਾਂ ਕੱਢੇ ਹੋਏ ਆ। ਕਾਰਪੋਰੇਸ਼ਨ ਦਫ਼ਤਰ ਜਾ ਕੇ ਤਾਰਾਂ ਕੱਟਣ, ਸਿਆਲਾਂ 'ਚ ਹੀਟਰ ਸੇਕਦੇ ਆ, ਚਾਵਾ ਉੱਥੇ ਬਣਾਉਂਦੇ ਆ। ਉਹ ਸਾਡੇ ਕੋਲ ਸਿਲੰਡਰ ਲਿੱਤਾ ਜਾਂਦਾ ਤੇ ਹੀਟਰ ਬਾਲ ਕੇ ਚਾਵਾ ਬਣਾਉਂਦੇ ਹੁੰਦੇ ਤੇ। ਦੇਖੋ, ਇੱਕ ਹਕੀਮਾਗੇ ਥਾਣਾ 1,44,80 ਰੁਪਏ, ਗੁਰਬਖਸ਼ ਨਗਰ ਚੌਂਕੀ 81,480 ਰੁਪਏ, ਅਨਗੜ੍ਹ ਚੌਂਕੀ ਜਿਹੜੀ ਹਮੇਸ਼ਾ ਸੁਰਖੀਆਂ ਰਹਿੰਦੀ ਹੈ 2,30,000 ਰੁਪਈਆ, ਠੀਕ ਹੈ। ਥਾਣਾ ਕੋਟ ਖਾਲਸਾ ਇਮਾਨਦਾਰੀ ਵਾਸਤੇ ਬਹੁਤ ਮਸ਼ਹੂਰ ਹੈ, ਮਾਸ ਦਾ ਚਲਾਨ ਕੀਤਾ ਸੀ 1,59,000 ਰੁਪਈਆ ਬਿਜਲੀ ਨੇ ਚਲਾਨ ਕੱਟਿਆ ਵਾ, ਵਿੱਚ ਹੀ ਘਾਲਾ ਮਾਲਾ ਕਰਕੇ ਨਾ ਮੈਨੂੰ ਲੱਗਦਾ ਉਹ ਚਲਾਨ ਹੀ ਖਤਮ ਕਰਤਾ ਜੀ। ਹਾਲੇ ਤੱਕ ਉਹਨਾਂ ਦੀ ਹਿੰਮਤ ਨਹੀਂ ਪਈ ਕਿ ਥਾਣੇ ਦੁਬਾਰਾ ਬਿਜਲੀ ਕੱਟ ਜਾਣੋ। ਇੱਥੇ 6,000 'ਚ ਬਿਜਲੀ ਕੱਟਦੇ ਪਏ ਆ। ਇਸ ਕਰਕੇ ਇਹਨਾਂ ਨੂੰ ਇਹ ਬੇਨਤੀਆਂ ਪ੍ਰਵਾਨ ਕਰਨ ਆਇਆ ਮੈਂ, ਉਹ ਕਿਉਂ ਗਰੀਬਾਂ ਖੂਨ ਚੂਸ ਲੈ, ਕਿਉਂ ਗਰੀਬਾਂ ਨੂੰ ਮਾਰਨ 'ਚ ਲੱਗੇ ਜੇ। ਦੇਖੋ ਜੀ, ਜਦੋਂ ਤੱਕ SC ਨੂੰ ਪਹਿਲਾਂ ਮੰਗ ਪੱਤਰ ਦੇਣਾ ਵਾ, ਸ਼ਾਮ ਤੱਕ ਇਹਨਾਂ ਸਾਰੇ ਕਨੈਕਸ਼ਨ ਜੁੜੇ ਹੋਣਗੇ। ਜੇ ਨਹੀਂ ਜੁੜੇ ਹੋਣਗੇ ਮੈਂ ਇਹਨਾਂ ਦੀ ਤਾਰਾਂ ਕੱਟ ਦਾਂਗਾ, ਜਿੰਨੀ ਦੇਰ ਤੱਕ ਇਹ ਨਹੀਂ ਮਤਲਬ ਕਿ ਨਾ ਇਹਨਾਂ ਕੋਲ ਬਿੱਲ ਲੈ ਕੇ ਨਹੀਂ ਆਉਂਦੇ, ਫਿਰ ਇਹ ਇੱਥੇ ਦਫ਼ਤਰਾਂ 'ਚ ਬੈਣ ਜੋਗੇ ਨਹੀਂ ਗਏ। ਮੇਰਾ ਭੋਲੀ ਨਾਂ ਹੈ। ਕਿੰਨਾ ਬਿੱਲ ਆਇਆ ਤੁਹਾਡਾ? ਮੇਰਾ 50,000। ਤੇ ਘਰ 'ਚ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਜੀ? ਕਿਸ ਤਰ੍ਹਾਂ ਚੱਲਦਾ ਤੁਹਾਡਾ? ਮੈਂ ਭਾਂਡੇ ਸੁਣਨਾ, ਲੋਕਾਂ ਦਾ ਮਾਨਦੀ, ਕੋਠੀਆਂ 'ਚ ਕੰਮ ਕਰਕੇ ਤੇ ਫਿਰ ਮੈਂ ਰੋਟੀ ਪਾਣੀ ਦਾ ਖਰਚਾ ਪਾਉਣੀ। ਜੇ ਮੇਰੇ ਹੱਲ ਕਰੂਗੀ ਤੇ ਮੇਰਾ ਛੋਟਾ ਬੇਟਾ ਵਾ ਤੇ ਨਸ਼ੇ ਬੜੇ ਕਰਦਾ, ਉਹਦੇ 2 ਬੇਟੀਆਂ ਨੇ, ਮੈਂ ਉਹਨਾਂ ਨੂੰ ਪਾਲਦੀ। ਤੇ ਘਰ ਦੀ ਫਿਰ ਬੱਤੀ ਕਿਦੋਂ ਕੱਟ ਕੇ ਗਏ ਸੀਗੇ? ਬੱਤੀ ਇਹਨਾਂ ਨੇ ਲੋਕਡਾਊਨ ਤੋਂ ਪਹਿਲਾਂ ਕੱਟ ਗਏ ਸੀ। ਕਿਹਾ ਸੀ ਵੀ ਨਾ ਕੱਟੋ, ਅਸੀਂ ਬੜੇ ਤਰਲੇ ਲੈ ਸੀ, ਇਹਨਾਂ ਨੇ ਕੱਟ ਦਿੱਤੇ। ਅਸੀਂ ਆਖਿਆ ਵੀ ਅਸੀਂ ਤਾਰ ਦਾਂਗੇ ਥੋੜੇ ਕਰਕੇ। ਮੈਂ ਵਿਆਜੀ ਪੈਸੇ ਚੁੱਕ ਕੇ 20,000 ਰੁਪਇਆ ਤਾਰ ਕੇ ਵੀ ਗਈ ਤੇ ਮੈਨੂੰ ਕਨੈਕਟਰ ਨੇ ਕਿਹਾ ਵੀ 20,000 ਰੁਪਇਆ ਤੂੰ ਤਾਰ ਕੇ ਚੱਲੀ ਆ ਤੇ ਵਿਆਜੀ ਤੂੰ ਕਿਸ ਤਰ੍ਹਾਂ ਲਾਏਂਗੀ। ਉਧਰਲੇ ਪਾਸੇ ਹੈਗਾ ਉਹ ਭਾਈ ਜਿਨ੍ਹਾਂ ਨੂੰ ਮੈਂ ਤਾਰੇ ਤੇ 20,000 ਰੁਪਇਆ ਤਾਰਿਆ ਤੇ ਉਸ ਤੋਂ ਬਾਅਦ ਮੈਥੋਂ ਤਾਰੇ ਨਹੀਂ ਗਏ। ਫਿਰ ਮੈਂ 20,000 ਲਾਉਂਦੀ ਕਿ ਇੱਥੇ ਪੈਸੇ ਤਾਰਦੀ, ਅਸੀਂ ਬਾਹਰ ਵੀ ਨਹੀਂ ਲਾਉਂਦੇ। ਸਾਨੂੰ ਮਹੱਲੇ ਵਾਲੇ ਕਹਿੰਦੇ ਤੁਸੀਂ ਬਾਹਰ ਕਿਉਂ ਨਹੀਂ ਜੇ ਬਲਬ ਲਾਉਂਦੇ। ਫਿਰ ਮੈਂ ਆਪਣੀ 9 ਕੁ ਬੱਤੀ ਲਈ ਆ ਤੇ ਇਹਦਾ ਵੀ ਬਹੁਤ ਜ਼ਿਆਦਾ ਬਿੱਲ ਹੋ ਗਿਆ ਹੈ। ਮੈਂ ਅਸੀਂ 2 ਘਰ ਇੱਕੋ ਹੀ ਮੀਟਰ ਬਾਲਦੇ ਤੇ ਫਿਰ ਬਿੱਲ ਤੇ ਹੋਣਾ ਹੀ ਆ। ਤੇ ਇਹ ਵਿਚਾਰੀ ਮੈਨੂੰ ਕਹਿੰਦੀ ਮੈਂ ਕੀ ਕਰਾਂ, ਪਾਣੀ ਵੀ ਚਾਹੀਦਾ ਵਾ, ਤੁਹਾਨੂੰ ਪਤਾ ਪਾਣੀ ਬਹੁਤ। ਮੀਟਰ ਕੱਟਿਆ ਉਦੋਂ ਬਿੱਲ ਕਿੰਨਾ ਆਇਆ ਤੁਹਾਡਾ ਨਾਲ? ਉਦੋਂ ਹੈਗਾ ਕਦੀ 40 ਆ ਜਾਂਦਾ ਸੀ ਤੇ ਕਦੀ ਆ ਜਾਂਦਾ ਸੀ 45,000।
ਕਦੀ ਆ ਜਾਂਦਾ ਸੀ ਖੀਰ ਤੇ 2-4 ਮਹੀਨੇ ਸਾਲ ਬਾਅਦ ਹੀ ਆ ਗਿਆ ਬਾਬਾ 20,000 ਰੁਪਇਆ ਆ ਗਿਆ। ਮਿਲੇ ਆ ਕੇ ਅਧਿਕਾਰੀਆਂ ਨੂੰ ਕਿ ਇੰਨਾ ਬਿੱਲ ਕਿਉਂ ਆ ਕਿਹਾ ਸੀ ਇਹਨਾਂ ਨੂੰ, ਕੀ ਕਹਿੰਦੇ ਹੋ? ਇਹਨਾਂ ਨੇ ਕਿਹਾ ਵੀ ਤੁਸੀਂ ਤੁਹਾਨੂੰ ਇਹ ਬਿੱਲ ਉਤਾਰਨਾ ਹੀ ਪੈਣਾ ਵਾ ਭਾਵੇਂ ਜਿਸ ਤਰ੍ਹਾਂ ਮਰਜ਼ੀ ਆ। ਹਾਂਜੀ। ਮੋਹਾਲੀ ਦੇ ਵਿੱਚ 4 ਵਿਅਕਤੀਆਂ ਦੇ ਵੱਲੋਂ ਇੱਕ ਲੜਕੀ ਦੀ ਇੱਜ਼ਤ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਮਟੌਰ ਪੁਲਿਸ ਨੇ ਸਮੂਹਿਕ ਪੱਤ ਲੁੱਟਣ ਦੇ ਕੇਸ ਦੇ ਵਿੱਚ ਔਰਤ ਸਮੇਤ 4 ਵਿਅਕਤੀਆਂ ਦੇ ਖਿਲਾਫ ਆਈਪੀਸੀ ਧਾਰਾ 376, 506, 120 ਅਤੇ ਬੱਚਿਆਂ ਦੇ ਜਿਨਸੀ ਅਪਰਾਧ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਹਿਚਾਣ ਵੀ ਮੋਹਾਲੀ ਤੋਂ ਹੋਈ ਹੈ। ਲਖਨਊ ਦੇ ਵਿੱਚ ਅਪਰਾਧ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਲਖਨਊ ਦੇ ਕਮਿਸ਼ਨਰੇਟ ਦਫ਼ਤਰ ਦੇ ਮੋਹਨ ਲਾਲਗੰਜ ਕੋਤਵਾਲੀ ਖੇਤਰ ਦੇ ਵਿੱਚ ਇੱਕ ਨੌਜਵਾਨ ਦੀ ਚਾਕੂ ਨਾਲ ਬੇਰਹਿਮੀ ਨਾਲ ਹੱਤਿਆ ਕਰਨ ਦੀ ਘਟਨਾ ਸਾਹਮਣੇ ਆਈ ਹੈ। ਅਜਨਾਲਾ ਦੇ ਪਿੰਡ ਮਹਿਲ ਬੁਖਾਰੀ ਨਜ਼ਦੀਕ ਆਪਣੇ ਪਰਿਵਾਰ ਸਮੇਤ ਸੈਰ ਕਰ ਰਹੀ ਲੜਕੀ ਨੂੰ ਉਸਦੇ ਹੀ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਹਥਿਆਰਾਂ ਦੀ ਨੋਕ ਤੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਰੋਜ਼ਾਨਾ ਦੀ ਤਰ੍ਹਾਂ ਘਰੋਂ ਸੈਰ ਕਰਨ ਨਿਕਲੇ ਕਿ ਉਹਨਾਂ ਸਾਹਮਣੇ ਇੱਕ ਚਿੱਟੇ ਰੰਗ ਦੀ ਗੱਡੀ ਆ ਕੇ ਖੜ ਗਈ ਅਤੇ ਜਿਹਦੇ ਵਿੱਚੋਂ 5 ਹਥਿਆਰਬੰਦ ਲੜਕੇ ਬਾਹਰ ਨਿਕਲੇ ਤੇ ਉਹਨਾਂ ਨੂੰ ਧਮਕੀਆਂ ਦੇਣ ਲੱਗ ਪਏ। ਉਕਤ ਨੌਜਵਾਨਾਂ ਵੱਲੋਂ ਉਸ ਨੂੰ ਧੱਕਾ ਮਾਰ ਕੇ ਜ਼ਮੀਨ ਤੇ ਸੁੱਟ ਦਿੱਤਾ ਅਤੇ ਪਿਸਤੌਲ ਦੀ ਨੋਕ ਤੇ ਉਸ ਦੀ ਲੜਕੀ ਮਨਪ੍ਰੀਤ ਕੌਰ ਨੂੰ ਅਗਵਾ ਕਰਕੇ ਨਾਲ ਲੈ ਗਏ। ਦਿੱਲੀ ਦੇ ਰਜੌਰੀ ਗਾਰਡਨ ਇਲਾਕੇ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਨੌਜਵਾਨ ਦੇ ਵੱਲੋਂ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ 21 ਸਾਲ ਦੀ ਲੜਕੀ ਨੇ ਦੱਸਿਆ ਕਿ ਉਸ ਦੇ ਘਰ ਦੇ ਬਾਹਰ ਸੁਰੇਸ਼ ਕਾਦੀਆਨ ਨਾਮ ਦੇ ਇੱਕ ਨੌਜਵਾਨ ਬਲੈਕ ਰੰਗ ਦੀ ਸਕਾਰਪੀਓ ਗੱਡੀ ਵਿੱਚ ਆਇਆ ਅਤੇ ਧਨਾਧਨ ਫਾਇਰਿੰਗ ਕਰਨ ਲੱਗ ਪਿਆ। ਉਧਰ ਦਿੱਲੀ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ FIR ਦਰਜ ਕਰ ਲਈ ਹੈ, ਪਰ ਆਰੋਪੀ ਫਰਾਰ ਦੱਸਿਆ ਜਾ ਰਿਹਾ ਹੈ, ਜਦਕਿ ਉਹਦੀ ਸਕਾਰਪੀਓ ਗੱਡੀ ਨੂੰ ਉੱਥੋਂ ਬਰਾਮਦ ਕਰ ਲਿਆ ਗਿਆ ਹੈ। ਮਹਾਸ਼ਿਵਰਾਤਰੀ ਦੇ ਤਿਉਹਾਰ ਵਾਲੇ ਦਿਨ ਵਾਰਾਣਸੀ ਦੇ ਵਿੱਚ ਪੁਲਿਸ ਦੀ ਜ਼ੁਲਮ ਕਰਨ ਦੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਇੱਕ ਪੁਲਿਸ ਮੁਲਾਜ਼ਮ ਇੱਕ ਔਰਤ ਦੇ ਨੂੰ ਆਪਣੇ ਪੈਰ ਨਾਲ ਕੁਚਲਦਾ ਹੋਇਆ ਦਿਖਾਈ ਦੇ ਰਿਹਾ ਹੈ, ਜੋ ਕਿ ਸੜਕ ਕਿਨਾਰੇ ਤੇ ਪੂਜਾ ਦੀ ਦੁਕਾਨ ਦੇ ਲਈ ਰੁਦਰਾਕਸ਼ ਦੀ ਮਾਲਾ ਵੇਚਣ ਦੇ ਲਈ ਸਟੋਰ ਲਗਾ ਕੇ ਰੋਜੀ ਰੋਟੀ ਕਮਾਉਂਦੀ ਹੈ। ਫੋਟੋ ਦੇ ਨਾਲ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਸਿਪਾਹੀ ਨੇ ਔਰਤ ਦੇ ਹੱਥ ਨੂੰ ਬੂਟ ਨਾਲ ਕੁਚਲ ਦਿੱਤਾ। ਇਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸੀਨੀਅਰ ਪੁਲਿਸ ਕਪਤਾਨ ਨੇ ਸਿਪਾਹੀ ਸੁਧੀਰ ਕੁਮਾਰ ਨੂੰ ਲੱਭ ਕੇ ਮਾਮਲੇ ਦੀ ਪੁਲਿਸ ਵਿਭਾਗੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਜਲੰਧਰ ਦੇ ਵਿੱਚ ਬੀਤੀ ਦੇਰ ਥਾਣਾ ਬਸਤੀ ਬਾਵਾ ਖੇਲ ਦੀ ਇੱਕ ਫੈਕਟਰੀ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਐਲੂਮੀਨੀਅਮ ਦੀਆਂ ਲੈਬਾਂ ਦੇ ਵਿੱਚੋਂ ਹੋਰ ਸਮਾਨ ਅਤੇ ਨਕਦੀ ਚੋਰੀ ਕਰ ਲਈ ਗਈ। ਲੁਧਿਆਣਾ ਦੇ RTI ਦਫ਼ਤਰ ਦੇ ਬਿਲਕੁਲ ਨਾਲ ਪੈਂਦੇ ਸੇਵਾ ਕੇਂਦਰ ਦੇ ਵਿੱਚ ਇੰਟਰਨੈਟ ਹਾਊਸ ਸੋਰਸਿੰਗ ਦਾ ਕੰਮ ਕਰਨ ਵਾਲੇ ਇੱਕ ਨੌਜਵਾਨ ਨੇ ਕੰਪਿਊਟਰ ਰੂਮ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਪੂਰੇ ਦਫ਼ਤਰ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮੌਕੇ ਤੇ ਪਹੁੰਚਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਭਾਂਗਰ ਵਿਖੇ ਦੁਕਾਨ ਦੇ ਮਾਲਕਾਂ ਦੇ ਵੱਲੋਂ ਦੁਕਾਨ ਤੇ ਕਬਜ਼ਾ ਕਰਕੇ ਜਿੰਦਰਾ ਲਗਾਉਣ ਤੋਂ ਦੁਖੀ ਕਿਰਾਏਦਾਰ ਦੁਕਾਨਦਾਰਾਂ ਦੇ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲੈ ਜਾਣ ਦੀ ਖਬਰ ਮਿਲੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਕਲਿਆਣ ਸੁੱਖਾ ਦੇ ਵਿੱਚ ਇੱਕ ਕਲਯੁਗੀ ਪੁੱਤਰ ਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਦੇ ਮੁਤਾਬਿਕ ਸੁਰਜੀਤ ਸਿੰਘ ਦਾ ਜ਼ਮੀਨ ਨੂੰ ਲੈ ਕੇ ਆਪਣੀ ਮਾਂ ਨਾਲ ਝਗੜਾ ਚੱਲ ਰਿਹਾ ਸੀ। ਪੁਲਿਸ ਦੇ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਕੋਲ ਮਿਲਣ ਦੇ ਲਈ ਬੀਤੇ ਦਿਨ ਗਿਆ ਸੀ ਅਤੇ ਪਿੰਡ ਕਲਿਆਣ ਸੁੱਖਾ ਪਹੁੰਚਿਆ ਤਾਂ ਘਰ ਦਾ ਦਰਵਾਜ਼ਾ ਬੰਦ ਸੀ। ਉਹ ਦਰਵਾਜ਼ਾ ਖੋਲ੍ਹ ਕੇ ਜਦੋਂ ਘਰ ਦੇ ਅੰਦਰ ਦਾਖਲ ਹੋਇਆ ਤਾਂ ਉਸਦੀ ਭੈਣ ਦੀ ਲਾਸ਼ ਮੰਜੇ ਉੱਪਰ ਪਈ ਸੀ, ਜਦੋਂ ਕਿ ਘਰ ਦੇ ਵਿੱਚ ਉਸਦਾ ਭਾਂਜਾ ਸੁਰਜੀਤ ਸਿੰਘ ਅਤੇ ਉਸਦੀ ਪਤਨੀ ਸੁਖਜੀਤ ਕੌਰ ਹਾਜ਼ਰ ਨਹੀਂ ਸਨ। ਉਸਨੇ ਦੱਸਿਆ ਕਿ ਉਸਦੀ ਭੈਣ ਦੇ ਸਿਰ ਵਿੱਚ ਸੱਟ ਦਾ ਨਿਸ਼ਾਨ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਸੁਰਜੀਤ ਸਿੰਘ ਨੇ ਉਸਦੇ ਸਿਰ ਦੇ ਵਿੱਚ ਕੁਝ ਮਾਰ ਕੇ ਉਸਦਾ ਕਤਲ ਕਰ ਦਿੱਤਾ ਹੈ। ਪਟਿਆਲਾ ਵਿਖੇ ਮੁੱਖ ਮੰਤਰੀ ਸ਼ਹਿਰ ਦੇ ਮੇਅਰ ਦੇ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਇੱਕ DSP ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਵਿੱਚ ਸਵਿਫਟ ਕਾਰ ਸਵਾਰ ਔਰਤਾਂ ਦੇ ਵੱਲੋਂ ਲਗਾਤਾਰ ਬਜ਼ੁਰਗ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਹਨਾਂ ਦੇ ਕੋਲੋਂ ਸੋਨਾ ਲੁੱਟਿਆ ਜਾ ਰਿਹਾ ਹੈ। ਇਸ ਦੇ ਚਲਦਿਆਂ ਹੀ ਅੱਜ BRS ਨਗਰ ਦੇ ਇਲਾਕੇ ਦੇ ਵਿੱਚ ਮਨਜੀਤ ਕੌਰ ਨਾਮ ਦੀ ਔਰਤ ਦੇ ਕੋਲੋਂ ਸੋਨੇ ਦਾ ਕੜਾ ਲੁੱਟਣ ਤੋਂ ਬਾਅਦ ਸਵਿਫਟ ਕਾਰ ਸਵਾਰ 3 ਔਰਤਾਂ ਨੇ ਡੁਗਰੀ ਦੀ ਰਹਿਣ ਵਾਲੀ ਗੀਤਾ ਰਾਣੀ ਨੂੰ ਨਿਸ਼ਾਨਾ ਬਣਾਇਆ। ਲਿਫਟ ਦੇਣ ਦੇ ਬਹਾਨੇ ਇਹਨਾਂ ਨੌਸਰਵਾਜ ਔਰਤਾਂ ਨੇ ਗੀਤਾ ਰਾਣੀ ਦੀਆਂ ਸੋਨੇ ਦੀਆਂ 4 ਚੂੜੀਆਂ ਲੁੱਟ ਲਈਆਂ। ਇਸ ਮਾਮਲੇ ਸੰਬੰਧੀ ਥਾਣਾ ਡੁਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਫੇਸ 1 ਡੁਗਰੀ ਦੇ ਰਹਿਣ ਵਾਲੇ ਗੀਤਾ ਰਾਣੀ ਨੇ ਦੱਸਿਆ ਕਿ ਉਹ ਦੁਰਗਾ ਮਾਤਾ ਮੰਦਿਰ ਵਿੱਚ ਮੱਥਾ ਟੇਕਣ ਤੋਂ ਬਾਅਦ ਪੈਦਲ ਵਾਪਸ ਘਰ ਆ ਰਹੀ ਸੀ। ਇਸੇ ਦੌਰਾਨ ਉਹਨਾਂ ਨੂੰ ਸਵਿਫਟ ਕਾਰ ਸਵਾਰ 3 ਔਰਤਾਂ ਮਿਲੀਆਂ। ਗੱਲਾਂ ਵਿੱਚ ਲਗਾ ਕੇ ਉਹਨਾਂ ਨੇ ਗੀਤਾ ਰਾਣੀ ਨੂੰ ਘਰ ਤੱਕ ਛੱਡਣ ਦੀ ਗੱਲ ਕੀਤੀ। ਕਾਰ ਦੇ ਵਿੱਚ ਬਿਠਾਉਣ ਤੋਂ ਬਾਅਦ ਔਰਤਾਂ ਨੇ ਗੀਤਾ ਰਾਣੀ ਨੂੰ ਡਰਮਾ ਵਾਲਾ ਚੌਂਕ ਦੇ ਕੋਲ ਉਤਾਰ ਦਿੱਤਾ। ਕੁਝ ਸਮੇਂ ਬਾਅਦ ਗੀਤਾ ਨੇ ਜਦੋਂ ਆਪਣੀਆਂ ਬਾਹਾਂ ਵੱਲ ਝਾਤ ਮਾਰੀ ਤਾਂ ਉਹਨਾਂ ਦੀਆਂ ਸੋਨੇ ਦੀਆਂ 4 ਚੂੜੀਆਂ ਗਾਇਬ ਹੋ ਚੁੱਕੀਆਂ ਸਨ। ਲੁਧਿਆਣਾ ਦੇ ਵਿੱਚ ਸਬਜ਼ੀ ਲੈਣ ਦੇ ਲਈ ਘਰ ਦੇ ਬਾਹਰ ਗੇਟ ਕੋਲ ਖੜੀ ਇੱਕ ਬਜ਼ੁਰਗ ਔਰਤ ਦੇ ਕੋਲੋਂ ਬਦਮਾਸ਼ਾਂ ਨੇ ਸੋਨੇ ਦੀ ਚੈਨ ਝਵੜ ਲਈ। ਉਕਤ ਮਾਮਲੇ ਵਿੱਚ ਥਾਣਾ ਡੁਗਰੀ ਪੁਲਿਸ ਨੇ ਵਾਰਦਾਤ ਦੇ ਸ਼ਿਕਾਰ ਬਜ਼ੁਰਗ ਗੋਰੀ ਦੱਤਾ ਦੇ ਬਿਆਨਾਂ ਦੇ ਉੱਪਰ ਪਰਚਾ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਰਨਤਾਰਨ ਦੇ ਸਥਾਨਕ ਮੁਹੱਲਾ ਮੁਰਾਦਾਪੁਰ ਵਿਖੇ ਇੱਕ ਵਿਆਹਤਾ ਧੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਅਤੇ ਤੰਗ ਪਰੇਸ਼ਾਨ ਹੋ ਕੇ ਇੱਕ ਬਜ਼ੁਰਗ ਔਰਤ ਦੇ ਵੱਲੋਂ ਖੁਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਥਾਣਾ ਸਿਟੀ ਤਰਨਤਾਰਨ ਪੁਲਿਸ ਨੇ ਮ੍ਰਿਤਕ ਮਹਿਲਾ ਦੇ ਮੁੰਡੇ ਦੇ ਬਿਆਨਾਂ ਦੇ ਆਧਾਰ ਤੇ ਉਸ ਦੀ ਧੀ ਅਤੇ ਉਸ ਦੇ ਪ੍ਰੇਮੀ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਦੁਨੀਆ ਦੇ ਹਰ ਕੋਨੇ ਦੀ ਨਿਊਜ਼ ਤੁਹਾਡੀ ਆਪਣੀ ਭਾਸ਼ਾ ਵਿੱਚ 24 ਆਵਰਸ ਲਾਈਵ ਨਿਊਜ਼ ਚੈਨਲ ਫਾਸਟਵੇ ਟੀਵੀ ਅਤੇ ਸਾਡੇ YouTube ਚੈਨਲ ਫਾਸਟਵੇ ਟੀਵੀ USA ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਤੁਸੀਂ ਫਾਸਟਵੇ ਟੀਵੀ ਵੀ Facebook ਤੇ ਲਾਈਵ ਵੇਖ ਸਕਦੇ ਹੋ। ਫਾਸਟਵੇ ਟੀਵੀ ਦੀ ਐਪ ਤੁਸੀਂ ਐਪਲ ਅਤੇ ਐਂਡਰੋਇਡ ਫੋਨ ਤੇ ਡਾਊਨਲੋਡ ਕਰ ਸਕਦੇ ਹੋ। ਵਰਲਡ ਦੇ ਸਾਰੇ IPTV ਤੇ ਦੇਖਿਆ ਜਾਣ ਵਾਲਾ ਫਾਸਟਵੇ ਟੀਵੀ ਚੈਨਲ। ਜੇਕਰ ਤੁਸੀਂ ਆਪਣੇ ਇਲਾਕੇ ਦੀ ਕੋਈ ਵੀ ਨਿਊਜ਼ ਜਾਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸੰਪਰਕ ਕਰੋ 9177469910। ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ। ਰਾਜਨੀਤੀ ਦੇ ਦਾਅ ਪੇਚ ਹੋਣ ਜਾਂ ਖੇਡਾਂ ਦੀ ਰਾਜਨੀਤੀ, ਗੱਲ ਹੋਵੇ ਸਿਨੇਮਾ ਦੀ ਚਕਾਚੌਂਧ ਦੀ ਜਾਂ ਅਪਰਾਧ ਦੇ ਅਤਿਆਚਾਰ ਦੀ, ਆਮ ਹੋ ਜਾਂ ਖਾਸ, ਨੇਤਾ ਹੋ ਜਾਂ ਕਲਾਕਾਰ, ਗੱਲ ਸਮਾਜ ਦੇ ਹਰ ਪੱਖ ਦੀ, ਹਰ ਖਬਰ ਦਾ ਹੁੰਦਾ ਵੱਖਰਾ ਅੰਦਾਜ਼। ਹਰ ਖਬਰ ਦੀ ਹੁੰਦੀ ਵੱਖਰੀ ਜਿਹੀ ਗੱਲ, ਬਸ ਲੋੜ ਹੈ ਥੋੜੇ ਜਿਹੇ ਹੌਸਲੇ ਦੀ, ਸੱਚ ਕਹਿਣ ਅਤੇ ਸੱਚ ਵਿਖਾਉਣ ਦੀ ਹਿੰਮਤ। ਇਸੇ ਹਿੰਮਤ ਦੇ ਨਾਲ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ।